ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 23ਵੀਂ ਤੇ ਪਦ 8ਵਾਂ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇੰਨਾ ਅਕਲ ਵਾਲਾ ਵੀ ਨਹੀਂ ਹੈ ਜਿਹੜਾ ਪ੍ਰਭੂ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿਹੜਾ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਮਿਹਰ ਕਰਦੇ ਹਨ ਓਨਾ ਪ੍ਰਾਣੀ ਬੋਲਦਾ ਹੈ, ਓਨਾ ਸੁਣਦਾ ਹੈ ਤੇ ਓਨਾ ਹੀ ਵਿਚਾਰਦਾ ਹੈ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਗੁਰੂ ਦੀ ਮਿਹਰ ਤੋਂ ਬਿਨਾਂ ਇਹ ਮਿੱਟੀ ਦਾ ਪੁਤਲਾ ਕੁਝ ਵੀ ਨਹੀਂ ਕਰ ਸਕਦਾ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਇੱਕ ਬਹੁਤ ਹੀ ਵਡਮੁੱਲਾ ਗਿਆਨ ਦਾ ਸੋਮਾ ਹੈ, ਅੰਮ੍ਰਿਤ ਦਾ ਸਾਗਰ ਹੈ, ਸੁੱਖਾਂ ਦਾ ਖਜ਼ਾਨਾ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਮਨੁੱਖਤਾ ਦੇ ਉੱਤੇ ਕਿ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਪ੍ਰਾਣੀ, ਮਾਇਆ ਦੇ ਵਿੱਚ ਰਹਿੰਦਾ ਹੋਇਆ ਪ੍ਰਭੂ ਨੂੰ ਪਾ ਸਕਦਾ ਹੈ। ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਦੂਸਰੇ ਪਾਸੇ ਇਨਸਾਨ 24,000 ਸਵਾਸ ਲੈਂਦਾ ਹੈ 24 ਘੰਟਿਆਂ ਦੇ ਵਿੱਚ, ਜਾਣੀ ਇੱਕ ਦਿਨ ਤੇ ਰਾਤ ਦੇ ਵਿੱਚ। ਇੱਕ ਘੰਟੇ ਦੇ ਵਿੱਚ ਔਸਤਨ 1,000 ਸਵਾਸਾਂ ਦੀ ਪੂੰਜੀ ਨੂੰ ਵਰਤਦਾ ਹੈ। ਇਨਸਾਨ ਚੱਲਣਹਾਰ ਹੈ, ਪ੍ਰਭੂ ਆਚਲ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਚੱਲਣਹਾਰ ਨੂੰ ਅਚਲ ਦੇ ਵਿੱਚ ਸਮਾਉਣ ਦੀ ਵਿਧੀ ਸਮਝਾਈ ਹੈ। ਕਿਸ ਤਰ੍ਹਾਂ ਬੂੰਦ ਸਾਗਰ ਵਿੱਚ ਮਿਲ ਸਕਦੀ ਹੈ, ਕਿਸ ਤਰ੍ਹਾਂ ਇੱਕ ਕਿਣਕਾ ਹਵਾ ਦੇ ਵਿੱਚ ਉੜਦਾ ਹੋਇਆ ਮੁੜ ਕੇ ਧਰਤੀ ਦੇ ਵਿੱਚ ਸਮੋ ਸਕਦਾ ਹੈ। ਪ੍ਰਾਣੀ ਪ੍ਰਭੂ ਨਾਲੋਂ ਵਿਛੜਿਆ ਹੋਇਆ ਹੈ, ਇਹ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ? ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਖੂਬੀ ਦੇ ਨਾਲ ਸਾਨੂੰ ਸਮਝਾਇਆ ਹੈ। ਸੱਚੇ ਪਾਤਸ਼ਾਹ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਵਿਸ਼ਾ ਹੈ ਪ੍ਰਭੂ ਦੀ ਮਹਿਮਾ। ਪ੍ਰਭੂ ਦਾ ਗੀਤ ਗਾਇਆ ਹੈ, ਬੇਸ਼ੁਮਾਰ ਉਸਤਤ ਕੀਤੀ ਹੈ ਪਿਆਰੇ ਦੀ। ਸੱਚੇ ਪਾਤਸ਼ਾਹ ਨੇ ਵਿਰਾਟ ਰੂਪ ਦਰਸਾਇਆ ਹੈ, ਸੂਖਮ ਰੂਪ ਦੀ ਗੱਲ ਕੀਤੀ ਹੈ। ਜਦੋਂ ਸ੍ਰਿਸ਼ਟੀ ਨਹੀਂ ਸਾਜੀ ਸੀ ਉਹਨਾਂ ਪਲਾਂ ਬਾਰੇ ਵੀ ਸੱਚੇ ਪਾਤਸ਼ਾਹ ਨੇ ਸਮਝਾਇਆ ਹੈ। ਸਾਰੇ ਪਾਸੇ ਉਹ ਹੀ ਹੈ, ਕਿਣਕੇ ਕਿਣਕੇ ਦੇ ਵਿੱਚ ਰਮਿਆ ਹੋਇਆ ਦਾਤਾ ਸਾਰਿਆਂ ਦੀ ਸਾਰ ਲੈ ਰਿਹਾ ਹੈ, ਸਾਰਿਆਂ ਨੂੰ ਪਾਲ ਰਿਹਾ ਹੈ। ਸਾਰੀ ਸ੍ਰਿਸ਼ਟੀ ਦੀ ਜ਼ਿੰਮੇਵਾਰੀ ਉਹਦੇ ਉੱਤੇ ਹੈ। ਪ੍ਰਭੂ ਦਾ ਗੀਤ, ਪ੍ਰਭੂ ਦੀ ਮਹਿਮਾ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਪਿਆਰੇ ਤਰੀਕੇ ਨਾਲ ਬਖਿਆਨ ਕੀਤੀ ਹੈ। ਦੂਸਰਾ ਵਿਸ਼ਾ ਉਹਨਾਂ ਜਨਾਂ ਦਾ ਹੈ, ਉਹਨਾਂ ਦਾਸਾਂ ਦਾ ਹੈ, ਉਹਨਾਂ ਸੇਵਕਾਂ ਦਾ ਹੈ
ਪ੍ਰਭੂ ਦੇ ਗੁਲਾਮਾਂ ਦਾ ਹੈ, ਜਿਨ੍ਹਾਂ ਨੇ ਉਹਨੂੰ ਪਾ ਲਿਆ ਹੈ, ਜਿਹੜੇ ਮਸ਼ੱਕਤ ਘਾਲ ਚੁੱਕੇ ਹਨ ਤੇ ਆਪਣੇ ਮੁੱਖ ਉਜਲੇ ਕਰ ਬੈਠੇ ਹਨ। ਉਹ ਨੀਡਲੈਸ ਹੋ ਚੁੱਕੇ ਹਨ, ਉਹਨਾਂ ਦਾ ਡਰ ਮੁੱਕ ਗਿਆ ਹੈ, ਉਹਨਾਂ ਦਾ ਕੋਈ ਦੁਸ਼ਮਣ ਵੀ ਨਹੀਂ ਰਿਹਾ। ਸਾਰਾ ਸੰਸਾਰ ਪਿਆਰਿਆਂ ਦਾ ਹੀ ਹੈ, ਮਿੱਤਰਾਂ ਦਾ ਹੀ ਹੈ। ਈਰਖਾ ਤੇ ਦਵੈਤ ਖਤਮ ਹੋ ਚੁੱਕੀ ਹੈ। ਤੀਸਰਾ ਵਿਸ਼ਾ ਉਹਨਾਂ ਨਿੰਦਕਾਂ ਦਾ ਹੈ, ਉਹਨਾਂ ਚੁਗਲਖੋਰਾਂ ਦਾ ਹੈ, ਜਿਹੜੇ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਗੁਰੂ ਪਿਆਰਿਆਂ ਨੂੰ ਨਿੰਦਦੇ ਹਨ, ਪ੍ਰਭੂ ਉੱਤੇ ਸ਼ੱਕਾਂ ਕਰਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਹਨਾਂ ਦੀ ਬਣਦੀ ਢੁਕਵੀਂ ਥਾਂ ਦਿਖਾਈ ਹੈ ਤੇ ਨਾਲ ਹੀ ਇੱਕ ਅਹਿਸਾਨ ਕੀਤਾ ਉਹਨਾਂ ਦੇ ਉੱਤੇ ਕਿ ਜਦੋਂ ਵੀ ਤੁਸੀਂ ਥੱਕ ਜਾਵੋ, ਜਦੋਂ ਵੀ ਤੁਸੀਂ ਇਸ ਗੰਦਗੀ 'ਚੋਂ ਬਾਹਰ ਆ ਜਾਵੋ, ਤਾਂ ਇੱਕ ਗੁਰੂ ਦਾ ਪਿਆਰਾ, ਇੱਕ ਗੁਰੂ ਦਾ ਸੇਵਕ ਜੇ ਤੁਹਾਡੇ ਉੱਤੇ ਨਜ਼ਰ ਕਰ ਲਵੇ ਤਾਂ ਤੁਸੀਂ ਨਿਹਾਲ ਹੋ ਸਕਦੇ ਹੋ। ਤੁਸੀਂ ਪ੍ਰਭੂ ਦੇ ਪਿਆਰੇ ਬਣ ਸਕਦੇ ਹੋ। ਤੁਸੀਂ ਇਹ ਗੰਦਗੀ ਦਾ ਚਿੱਕੜ ਦਾ ਟੋਭਾ ਜਿਹੜਾ ਨਿੰਦਿਆ ਚੁਗਲੀ ਦਾ, ਇਹਦੇ ਵਿੱਚੋਂ ਨਿਰੰਤਰ ਆਜ਼ਾਦ ਹੋ ਸਕਦੇ ਹੋ। ਪਰ ਜੇ ਤੁਹਾਨੂੰ ਸੰਗ ਮਿਲ ਜਾਵੇ ਉਹਦੇ ਪਿਆਰਿਆਂ ਦਾ, ਉਹਨਾਂ ਸਾਧੂਆਂ ਦਾ, ਜਿਹੜੇ ਦਾਤੇ ਨੇ ਦਾਤੇ ਬਣਾ ਦਿੱਤੇ ਹਨ, ਭਰੇ ਹੋਏ ਨੇ ਭਰ ਦਿੱਤੇ ਹਨ। ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਪਿਆਰਿਆਂ ਦਲਾਰਿਆਂ, ਉਹਨਾਂ ਮਲੰਗਾ ਦਰਵੇਸ਼ਾਂ ਦੀ ਬਾਰੇ ਸਾਨੂੰ ਸਮਝਾਇਆ ਹੈ ਕਿ ਉਹ ਮਹਾਨ ਹਨ। ਉਹਨਾਂ ਨੇ ਮਸ਼ੱਕਤ ਕੀਤੀ, ਉਹਦੀ ਸਾਧਨਾ ਕੀਤੀ, ਉਹਦੀ ਆਰਾਧਨਾ ਕੀਤੀ ਤੇ ਉਹਨੂੰ ਪਾ ਲਿਆ। ਆਪਣੇ ਆਪ ਨੂੰ ਨਹੀਂ ਬਚਾਇਆ, ਭੋਰਾ ਵੀ ਸਾਰੇ ਦਾ ਸਾਰਾ ਕੁਰਬਾਨ ਕਰ ਦਿੱਤਾ, ਉਹਨੂੰ ਸਿਰ ਸੌਂਪ ਦਿੱਤਾ ਤੇ ਮੈਂ ਬਕਾ ਦਿੱਤੀ। ਉਹ ਇੰਨਾ ਖੁਸ਼ ਹੋਇਆ, ਇੰਨਾ ਪ੍ਰਸੰਨ ਹੋ ਗਿਆ ਕਿ ਉਹਨੇ ਆਪਣਾ ਆਪ ਇਹਨਾਂ ਦਰਵੇਸ਼ਾਂ ਉੱਤੋਂ ਲਟਾ ਦਿੱਤਾ। ਇਹਨਾਂ ਨੂੰ ਪ੍ਰਸੰਨ ਹੋ ਕੇ ਆਪਣਾ ਰੂਪ ਹੀ ਦੇ ਦਿੱਤਾ। ਉਹ ਨਿਰੰਕਾਰ ਹੈ, ਆਕਾਰ ਵਿੱਚ ਨਹੀਂ, ਪਰ ਉਹਦੇ ਪਿਆਰੇ ਨਿਰੰਤਰ ਸਰੀਰਾਂ ਵਿੱਚ ਹਨ। ਉਹ ਬੋਲਦੇ ਵੀ ਹਨ, ਸੁਣਦੇ ਵੀ ਹਨ, ਤੁਰਦੇ ਵੀ ਹਨ ਤੇ ਸਤ ਸੰਗ ਦੇ ਵਿੱਚ ਪਿਆਰਿਆਂ ਨੂੰ ਪਿਆਰ ਵੀ ਕਰਦੇ ਹਨ। ਜੇ ਉਹਨਾਂ ਦਾ ਸੰਗ ਮਿਲ ਜਾਵੇ ਅਸਲੀਆਂ ਦਾ, ਆਪਾਂ ਇੱਥੇ ਨਕਲੀਆਂ ਦੀ ਗੱਲ ਨਹੀਂ ਕਰਦੇ। ਨਕਲੀ ਛਲਦੇ ਹਨ, ਠੱਗਦੇ ਹਨ, ਲੋਕਾਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਕਰਕੇ ਉਹਨਾਂ ਨੂੰ ਲੁੱਟਦੇ ਹਨ। ਉਹਨਾਂ ਤੋਂ ਬਚਣ ਦੀ ਲੋੜ ਹੈ। ਅਸਲ ਵਿੱਚ ਉਹ ਨਿੰਦਕ ਚੁਗਲਖੋਰ ਹੀ ਹਨ, ਅਸਲ ਵਿੱਚ ਉਹ ਚੋਰ ਹਰਾਮਖੋਰ ਹੀ ਹਨ, ਕੁੜਿਆਰ ਹਨ। ਉਹਨਾਂ ਨੇ ਬੁਰਕਾ ਸਾਧੂਆਂ ਦਾ ਪਹਿਨ ਲਿਆ ਹੈ।
ਉਹ ਸ਼ਲੇਡੇ ਬਣ ਗਏ ਹਨ। ਲੋੜ ਧਨ ਕਮਾਉਣ ਦੀ ਹੈ, ਲੋੜ ਸੋਭਾ ਲੈਣ ਦੀ ਹੈ। ਉਹ ਨਾਟਕ ਕਰਕੇ ਭੋਲੇ ਭਾਲੇ ਲੋਕਾਂ ਨੂੰ ਸ਼ੋਸ਼ਣ ਵੱਲ ਲੈ ਕੇ ਜਾਂਦੇ ਹਨ। ਇੰਨਾ ਪਰੇਸ਼ਾਨ ਕਰ ਦਿੰਦੇ ਹਨ, ਇੰਨਾ ਉਹਨਾਂ ਦੇ ਹਿਰਦੇ ਨੂੰ ਦੁਖੀ ਕਰ ਦਿੰਦੇ ਹਨ ਕਿ ਉਹ ਸਾਰੀ ਜ਼ਿੰਦਗੀ ਇਸ ਸਦਮੇ ਨੂੰ ਝੱਲ ਨਹੀਂ ਸਕਦੇ। ਸਾਰੀ ਦੁਨੀਆ ਦੇ ਵਿੱਚ ਇਹਨਾਂ ਨਕਲੀਆਂ, ਇਹਨਾਂ ਬਣਾਉਟੀ ਸਾਧੂਆਂ ਦੀ ਕਮੀ ਨਹੀਂ ਹੈ। ਹਰ ਪਾਸੇ, ਹਰ ਕੋਨੇ ਦੇ ਵਿੱਚ ਸੁਭਾਵਿਕ ਹੀ ਮਿਲ ਜਾਂਦੇ ਹਨ ਤੇ ਅਸਲੀਆਂ ਨੂੰ ਅੱਗੇ ਆਉਣ ਨਹੀਂ ਦਿੰਦੇ। ਉਹਨਾਂ ਨੂੰ ਸੰਗਤਾਂ ਦੀ ਸੇਵਾ ਵੀ ਨਹੀਂ ਕਰਨ ਦਿੰਦੇ, ਸਗੋਂ ਉਹਨਾਂ ਨੂੰ ਬਦਨਾਮ ਕਰ ਦਿੰਦੇ ਹਨ, ਉਹਨਾਂ ਨੂੰ ਜਲੀਲ ਕਰ ਦਿੰਦੇ ਹਨ। ਉਹ ਵਿਚਾਰੇ ਅਸਮਰਥ ਹੋ ਕੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਪ੍ਰਭੂ ਦੀ ਭਗਤੀ ਕਰਦੇ ਹਨ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਪ੍ਰਸੰਨ ਹੋ ਕੇ ਇਸ ਪਦ ਦੇ ਵਿੱਚ, 8ਵੇਂ ਪਦ ਦੇ ਵਿੱਚ 23ਵੀਂ ਅਸ਼ਟਪਦੀ ਦੇ ਬਹੁਤ ਹੀ ਸੋਭਾ ਕੀਤੀ ਆ ਉਹਨਾਂ ਪਿਆਰਿਆਂ ਦੀ। ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਦਾ ਧੋਣ ਮੰਗਦੇ ਹਨ ਕਿ ਮੈਂ ਪੀ ਲਵਾਂ ਉਹਨਾਂ ਦੇ ਚਰਨ ਧੋ ਕੇ, ਮੈਂ ਧੋਈ ਜਾਵਾਂ ਉਹਨਾਂ ਦੇ ਚਰਨ ਤੇ ਮੇਰਾ ਸਰੀਰ ਹਾਜ਼ਰ ਹੈ ਉਹਨਾਂ ਉੱਤੋਂ ਕੁਰਬਾਨ ਹੋਣ ਲਈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਲਾਏ ਲਏ ਪ੍ਰਭ ਸੋਏ। ਜਿਹੜੇ ਉਹਨੂੰ ਸਮਝਦੇ ਹਨ, ਜਿਨ੍ਹਾਂ ਤੇ ਉਹਦੀ ਕਿਰਪਾ ਹੋ ਚੁੱਕੀ ਹੈ। ਜੇ ਕੋਈ ਇਹ ਕਹਿੰਦਾ ਹੈ ਕਿ ਮੈਂ ਪ੍ਰਭੂ ਨੂੰ ਪਾ ਲਿਆ ਹੈ, ਬਿਲਕੁਲ ਵਿਸ਼ਵਾਸ ਨਾ ਕਰਨਾ। ਜਿਹੜਾ ਆਪਣੇ ਮੂੰਹੋਂ ਇਹ ਢਡੋਰਾ ਪਿੱਟਦਾ ਹੈ ਕਿ ਮੇਰੇ ਉੱਤੇ ਕਿਰਪਾ ਹੋ ਗਈ, ਪ੍ਰਭੂ ਨੇ ਮੈਨੂੰ ਭਗਤ ਚੁਣ ਲਿਆ ਹੈ, ਮੈਂ ਸਾਖਸ਼ਾਤ ਦਰਸ਼ਨ ਕੀਤੇ ਹਨ, ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਾ। ਕਿਉਂਕਿ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਉਹਨਾਂ ਦੀ ਮੈਂ ਮੁੱਕ ਜਾਂਦੀ ਹੈ। ਕਾਹਦੇ ਲਈ ਇਹ ਐਡਵਰਟਾਈਜ਼ਮੈਂਟ ਕਾਹਦੇ ਲਈ ਕਰਨੀ ਹੈ, ਜਦ ਕੋਈ ਸੌਦਾ ਹੀ ਨਹੀਂ ਵੇਚਣ ਨੂੰ। ਸੌਦਾ ਮੁੱਕ ਚੁੱਕਿਆ ਹੈ, ਫਿਰ ਇਸ਼ਤਿਹਾਰ ਕਾਹਦਾ। ਜਿਨ੍ਹਾਂ ਨੇ ਪਾ ਲਿਆ ਉਹਨਾਂ ਨੇ ਛੁਪਾ ਲਿਆ। ਉਹਨਾਂ ਦੀਆਂ ਲੋੜਾਂ ਮੁੱਕ ਗਈਆਂ ਤੇ ਇੱਕ ਲੋੜ ਮੈਂ ਵੀ ਹੈ, ਉਹਨਾਂ ਦੀ ਮੈਂ ਵੀ ਮੁੱਕ ਗਈ। ਉਹ ਗੁਰੂ ਦੇ ਪਿਆਰੇ ਹਮੇਸ਼ਾ ਦਿੰਦੇ ਹਨ, ਲੈਂਦੇ ਕੁਝ ਵੀ ਨਹੀਂ ਹਨ। ਉਹਨਾਂ ਨੂੰ ਭੇਦ ਆ ਗਿਆ ਤੇ ਉਹਨਾਂ ਨੂੰ ਆਤਮਿਕ ਸ਼ਾਂਤੀ ਮਿਲ ਗਈ। ਉਹ ਮਹਾਂਬੈਕੁੰਠ ਦੇ ਵਿੱਚ ਬੈਠ ਕੇ ਰੂਹਾਨੀ ਖੁਮਾਰੀ ਦੇ ਵਿੱਚ ਹਨ। ਸਦਾ ਸੁੱਖ ਮਿਲਦਾ ਹੈ ਉਹਨਾਂ ਨੂੰ, ਜਿਨ੍ਹਾਂ ਨੂੰ ਉਹ ਆਪ ਬਣਾਉਂਦਾ ਹੈ, ਜਿਨ੍ਹਾਂ ਉੱਤੇ ਉਹ ਆਪ ਕਿਰਪਾ ਕਰਦਾ ਹੈ। ਉਹ ਉਹਦੇ ਵਿੱਚ ਭੇਦ ਹੋ ਜਾਂਦੇ ਹਨ, ਉਹਦਾ ਹੀ ਰੂਪ ਬਣ ਜਾਂਦੇ ਹਨ। ਉਹਨਾਂ ਨੂੰ ਸ਼ੇਖੀ ਮਾਰਨ ਦੀ ਕਾਹਦੀ ਲੋੜ ਹੈ।
ਉਹਨਾਂ ਨੂੰ ਸਾਰਾ ਕੁਝ ਹੀ ਮਿਲ ਗਿਆ, ਬਾਕੀ ਕੁਝ ਰਿਹਾ ਹੀ ਨਹੀਂ। ਇਨਸਾਨ ਆਪਣੀ ਸੋਭਾ ਪੈਸੇ ਕਰਕੇ ਕਮਾਉਂਦਾ ਹੈ, ਜਾਂ ਗਿਆਨ ਜਾਂ ਜ਼ੋਰ ਦੇ ਕਰਕੇ, ਜਾਂ ਕਲਾ ਦੇ ਕਰਕੇ, ਜਾਂ ਫਿਰ ਬਲਬੂਤੇ ਦੇ ਉੱਤੇ, ਆਪਣੇ ਸਰੀਰਕ ਜ਼ੋਰ ਉੱਤੇ ਆਪਣੀ ਮੈਂ ਨੂੰ ਕਮਾਉਂਦਾ ਹੈ। ਪਰ ਗੁਰੂ ਦੇ ਪਿਆਰੇ ਮੈਂ ਨਹੀਂ ਕਮਾਉਂਦੇ। ਉਹ ਤਾਂ ਕਿਰਪਾ, ਉਹਦੀ ਕਿਰਪਾ ਥੱਲੇ ਜੀਦੇ ਹਨ। ਉਹਦਾ ਭਾਣਾ ਮੰਨਦੇ ਹੋਏ ਪ੍ਰਭੂ ਦਾ ਸ਼ੁਕਰਾਨਾ ਕਰਦੇ ਰਹਿੰਦੇ ਹਨ। ਉਹ ਧਨਵੰਤ, ਕੁਲਵੰਤ, ਪਤਵੰਤ, ਉਹ ਤਾਂ ਬਹੁਤ ਹੀ ਮਾਲਦਾਰ ਧਨਪਤੀ ਬਣ ਜਾਂਦੇ ਹਨ। ਗੁਰੂ ਦੇ ਪਿਆਰੇ ਕੁੱਲਾਂ ਵਾਲੇ, ਖਾਨਦਾਨੀ, ਕੁਲਪਤੀ, ਕੁਲਵੰਤ ਬਣ ਜਾਂਦੇ ਹਨ। ਪਤਵੰਤ, ਇੱਜ਼ਤ ਵਾਲੇ, ਪੱਤ ਵਾਲੇ, ਉਹਨਾਂ ਦੇ ਉੱਤੇ ਦੁਨੀਆ ਦੀ ਇੱਜ਼ਤ ਰੱਖਣ ਵਾਲਾ ਮਿਹਰਬਾਨ ਹੋ ਗਿਆ ਤਾਂ ਉਹਨਾਂ ਦੀ ਇੱਜ਼ਤ ਬਣ ਗਈ। ਉਹ ਜੀਵਨ ਦੇ ਵਿੱਚ ਪਦਵੀ ਪ੍ਰਾਪਤ ਕਰ ਗਏ, ਜੀਵਨ ਵਾਲੀ ਇੱਜ਼ਤ ਉਹਨਾਂ ਨੂੰ ਪ੍ਰਾਪਤ ਹੋ ਗਈ। ਜੀਵਨ ਮੁਕਤ ਜਿਸ ਰਿਦੇ ਭਗਵੰਤ, ਉਹ ਜੀਵਨ ਦੇ ਵਿੱਚੋਂ ਮੁਕਤ ਹੋ ਜਾਂਦਾ ਹੈ, ਮੁੜ ਕੇ ਜੀਵਨ ਦੇ ਵਿੱਚ ਨਹੀਂ ਆਉਂਦਾ। ਗੁਰੂ ਪਿਆਰਿਓ, ਇਹ ਜੀਵਨ ਦੁੱਖਾਂ ਦਾ ਘਰ ਹੈ। ਆਪਾਂ ਆਮ ਤੌਰ 'ਤੇ ਬੇਨਤੀ ਕਰਦੇ ਹਾਂ, ਜਦੋਂ ਵੀ ਕੋਈ ਪ੍ਰਾਣੀ ਇਸ ਧਰਤੀ ਤੋਂ ਚਲਾ ਜਾਂਦਾ ਹੈ, ਉਹਦਾ ਫਿਊਨਰਲ ਹੁੰਦਾ ਹੈ, ਆਖਰੀ ਰਸਮਾਂ, ਉੱਥੇ ਜਦੋਂ ਕੋਈ ਵੀ ਬੋਲਦਾ ਹੈ ਤਾਂ ਇਹੀ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਤੂੰ ਕਿਰਪਾ ਕਰੀ, ਇਸ ਪਿਆਰੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਈ। ਜਨਮ ਮਰਨ ਦਾ ਬੰਧਨ ਇਹਦਾ ਕੱਟ ਦੇਈ, ਇਹਨੂੰ ਮੁੜ ਕੇ ਜਨਮ ਨਾ ਆਵੇ, ਤੇਰੇ ਚਰਨਾਂ ਦੀ ਖੁਮਾਰੀ ਭੋਗਦਾ ਰਹੇ। ਇਹ ਆਮ ਤੌਰ 'ਤੇ ਆਪਾਂ ਇਸ ਤਰ੍ਹਾਂ ਦੇ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਹਾਂ ਜਾਂ ਸੁਣਦੇ ਹਾਂ। ਸੱਚੇ ਪਾਤਸ਼ਾਹ ਸਾਨੂੰ ਇੱਥੇ ਸਮਝਾਉਂਦੇ ਹਨ ਕਿ ਜਿਨ੍ਹਾਂ ਨੇ ਉਹਨੂੰ ਪਾ ਲਿਆ, ਭਾਗਾਂ ਵਾਲਿਆਂ ਨੇ, ਉਹਨਾਂ ਨੂੰ ਮੁਕਤੀ ਮਿਲ ਗਈ। ਉਹਨਾਂ ਨੂੰ ਮੁੜ ਕੇ ਜਨਮ ਦੀ ਲੋੜ ਨਹੀਂ ਹੈ, ਜਨਮ ਧਾਰਨ ਦੀ, ਸਰੀਰ ਦੇ ਵਿੱਚ ਆਉਣ ਦੀ ਲੋੜ ਨਹੀਂ ਰਹਿ ਗਈ। ਉਹ ਤਾਂ ਇੱਕ ਸਦੀਵੀ ਦਾਤੇ ਦੇ ਰੂਪ ਦੇ ਵਿੱਚ ਪ੍ਰਭੂ ਦੇ ਚਰਨਾਂ ਦੇ ਵਿੱਚ ਟਿਕ ਗਏ। ਧੰਨ 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 ਜਨ, ਮੁਬਾਰਕ ਮੁਬਾਰਕ ਉਹ ਪ੍ਰਭੂ ਦੇ ਭਗਤਾ, ਪ੍ਰਭੂ ਦੇ ਗੋਲਿਆ ਗੁਲਾਮਾਂ, ਪ੍ਰਭੂ ਦੇ ਦਾਸਾ, ਪ੍ਰਭੂ ਦੇ ਸੇਵਕਾ, ਪ੍ਰਭੂ ਦਾ ਗੀਤ ਗਾਉਣ ਵਾਲਿਆ, ਰਵਾਬ ਛੇੜਨ ਵਾਲਿਆ, ਪ੍ਰਭੂ ਦਾ ਸ਼ਬਦ ਪੜ੍ਹਨ ਵਾਲਿਆ, ਨਿਰੰਕਾਰੀ। ਨਾਨਕਾ ਤੂੰ ਪਾ ਲਿਆ ਹੈ, ਤੂੰ ਸ਼ਾਖ ਸ਼ਾਖ ਉਹਦਾ ਰੂਪ ਬਣ ਗਿਆ। ਜਨ, ਧੰਨ 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 ਜਨ ਆਇਆ। ਹੁਣ ਅਕਾਲ ਪੁਰਖ ਹੀ ਆ ਗਿਆ, ਪਹਿਲਾਂ ਵਾਲਾ ਪ੍ਰਾਣੀ ਰਿਹਾ ਹੀ ਨਹੀਂ। ਜਿਸ ਤਰ੍ਹਾਂ 3 ਦਿਨਾਂ ਬਾਅਦ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਵਿੱਚੋਂ ਸਹੀ ਸਲਾਮਤ ਨਿਕਲ ਕੇ ਰਾਏ ਭੋਏ ਦੀ ਤਲਵੰਡੀ ਵਿਖੇ ਆਏ ਦੁਆਰਾ, ਤਾਂ ਹਰ ਕੋਈ ਆਖਦਾ ਸੀ ਧੰਨ ਧੰਨ ਜਨ ਆਇਆ। ਇਹ ਪ੍ਰਭੂ ਦਾ ਰੂਪ ਆ ਗਿਆ ਹੈ, ਇਹਦੇ ਵਿੱਚ ਨਿਮਰਤਾ ਹੈ,
ਭਾਵਨਾ ਹੈ, ਦੁਨੀਆ ਨੂੰ ਦਿਖਾਉਣ ਵਾਲਾ ਤੱਤ ਮਰ ਗਿਆ ਹੈ। ਜਿਸ ਗੁਰ ਪ੍ਰਸਾਦ ਸਭ ਜਗਤ ਤਰਾਇਆ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ ਸਾਰੇ ਲੋਕ ਜਿਹੜੇ ਉਹਨੂੰ ਜਾਣਦੇ ਸੀ ਜਾਂ ਨਹੀਂ ਵੀ ਜਾਣਦੇ ਸੀ, ਜਿਨ੍ਹਾਂ ਨੇ ਉਹਨੂੰ ਦੇਖਿਆ ਹੈ, ਉਹ ਸਾਰੇ ਹੀ ਤਰ ਗਏ। ਸਭ ਜਗਤ ਤਰਾਇਆ। ਉਹਨਾਂ ਦੇ ਕਹਿਣ ਉੱਤੇ, ਗੁਰੂ ਪਿਆਰਿਆਂ ਦੀ ਬੇਨਤੀ ਉੱਤੇ ਸਾਰਾ ਹੀ ਜਗਤ ਤਰ ਗਿਆ, ਸੰਸਾਰ ਤਰ ਗਿਆ। ਜਿਵੇਂ ਰਾਜਾ ਜਨਕ ਨੇ ਤਰਾਇਆ ਸੀ, ਉਹਨੇ ਸਾਰੇ ਦੇ ਸਾਰੇ ਨਰਕ ਖਾਲੀ ਕਰ ਦਿੱਤੇ। ਗੁਰੂ ਪਿਆਰਿਓ, ਕਹਾਣੀ ਹੈ। ਕਹਾਣੀ ਸੱਚੀ ਵੀ ਹੋ ਸਕਦੀ ਹੈ, ਸੱਚੀ ਨਹੀਂ ਵੀ ਹੋ ਸਕਦੀ ਹੈ, ਪਰ ਜਿਹੜੀ ਪੀੜ੍ਹੀ ਦਰ ਪੀੜ੍ਹੀ ਕਹਾਣੀ ਚੱਲਦੀ ਹੈ, ਯਕੀਨਨ ਉਹਦੇ ਵਿੱਚ ਜ਼ਿਆਦਾਤਰ ਸੱਚ ਹੀ ਹੁੰਦਾ ਹੈ। ਧੰਨ ਧੰਨ ਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਰਾਜਾ ਜਨਕ, ਜਿਹੜਾ ਦੁਨੀਆ ਦੇ ਸਭ ਵੱਡੇ ਦਾਨੀਆਂ ਵਿੱਚੋਂ ਹੈ, ਆਪਣਾ ਉਡਨ ਕਠੋਲਾ ਲੈ ਕੇ, ਆਪਣਾ ਬਵਾਨ ਲੈ ਕੇ ਪ੍ਰਭੂ ਨੂੰ ਮਿਲਣ ਜਾ ਰਿਹਾ ਹੈ। ਵਿਸ਼ੇਸ਼ ਸੱਦਾ ਭੇਜਿਆ ਗਿਆ ਹੈ ਰਾਜੇ ਜਨਕ ਨੂੰ ਅਕਾਲ ਪੁਰਖ ਵੱਲੋਂ ਕਿ ਤੁਸੀਂ ਆਓ, ਤੁਸੀਂ ਬਹੁਤ ਸਾਰੇ ਕੰਮ ਚੰਗੇ ਕੀਤੇ ਹਨ, ਮਾਤ ਲੋਕ ਦੇ ਵਿੱਚ ਦੁਨੀਆ ਨੂੰ ਤਾਰਿਆ ਹੈ, ਸਤਿਕਾਰਿਆ ਹੈ। ਸਾਨੂੰ ਤੁਹਾਡੇ ਬਾਰੇ ਸਾਰਾ ਗਿਆਨ ਮਿਲ ਗਿਆ ਹੈ ਕਿ ਤੁਸੀਂ ਆਪਣਾ ਆਪ ਵਾਰ ਕੇ ਵੀ ਲੋੜਵੰਦਾਂ ਦੀ ਸਹਾਇਤਾ ਕਰਦੇ ਹੋ। ਇਹ ਨਿਵੇਦਨ ਅਕਾਲ ਪੁਰਖ ਨੇ ਰਾਜਾ ਜਨਕ ਨੂੰ ਭੇਜ ਦਿੱਤਾ। ਰਾਜਾ ਜਨਕ ਬੜਾ ਪ੍ਰਸੰਨ ਹੈ, ਖੁਸ਼ ਹੈ ਕਿ ਮੈਨੂੰ ਪਿਆਰੇ ਪ੍ਰੀਤਮ ਨੇ ਯਾਦ ਕੀਤਾ ਹੈ। ਮੈਂ ਅਕਾਲ ਪੁਰਖ ਦੇ ਜਾਣਾ ਹੈ, ਉਸ ਸਵਰਗ ਦੇ ਵਿੱਚ, ਉਸ ਦਰਗਾਹ ਦੇ ਵਿੱਚ ਜਿੱਥੇ ਉਹ ਬੈਠਦਾ ਹੈ, ਫੈਸਲੇ ਸੁਣਾਉਂਦਾ ਹੈ। ਮੈਨੂੰ ਉੱਥੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਵਿਚਾਰਾ ਕਰਦਾ ਹੋਇਆ ਆਪਣਾ ਉਡਣ ਖਟੋਲਾ ਪ੍ਰਭੂ ਦੇ ਦੇਸ਼ ਵੱਲ ਲੈ ਕੇ ਜਾ ਰਿਹਾ ਹੈ। ਤਾਂ ਪੁੱਜਣ ਵਾਲਾ ਹੀ ਸੀ ਮੰਜ਼ਿਲ ਉੱਤੇ ਕਿ ਬਹੁਤ ਸਾਰੀਆਂ ਚੀਕਾਂ, ਪੁਕਾਰਾਂ, ਦੁਖੀ ਲੋਕਾਂ ਦੀਆਂ ਫਰਿਆਦਾਂ, ਬੇਨਤੀਆਂ ਉਹਦੇ ਕੰਨਾਂ ਵਿੱਚ ਪੈਣ ਲੱਗੀਆਂ ਕਿ ਬਚਾਓ, ਬਚਾਓ, ਹੋਰ ਨਾ ਮਾਰੋ, ਮਿਹਰ ਕਰੋ, ਛੱਡ ਦੇਵੋ ਆਦ। ਤਾਂ ਉਹ ਆਪਣੇ ਵਿਮਾਨ ਚਾਲਕ ਨੂੰ ਕਹਿਣ ਲੱਗੇ ਕਿ ਰੁਕੋ, ਇੱਥੇ ਹੀ ਰੁਕੋ, ਪਤਾ ਕਰੋ ਇਹ ਕੌਣ ਲੋਕ ਹਨ ਜਿਹੜੇ ਇੰਨੇ ਦੁਖੀ ਹਨ, ਇਹ ਕੌਣ ਲੋਕ ਹਨ ਜਿਹੜੇ ਇੰਨੇ ਪਰੇਸ਼ਾਨ ਹਨ। ਅਸੀਂ ਪ੍ਰਭੂ ਦੇ ਨਹੀਂ ਜਾਣਾ ਉਨੀ ਦੇਰ ਜਿੰਨੀ ਦੇਰ ਪਤਾ ਨਾ ਕੀਤਾ ਜਾਵੇ। ਵਿਮਾਨ ਚਾਲਕ ਨੇ ਦਰਵਾਜ਼ਾ ਖੜਕਾਇਆ ਤਾਂ ਧਰਮਰਾਜ, ਜਿਹੜਾ ਇੰਚਾਰਜ ਸੀ ਉਸ ਜਗ੍ਹਾ ਦਾ, ਨਰਕ ਦਾ, ਜਿਵੇਂ ਇੱਥੇ ਆਮ ਜੇਲ੍ਹਾਂ ਦੇ ਵਿੱਚ ਸੁਪਰੀਟੈਂਡੈਂਟ ਹੁੰਦੇ ਹਨ, ਜੇਲਰ ਹੁੰਦੇ ਹਨ, ਇਸੇ ਤਰ੍ਹਾਂ ਨਰਕ ਦਾ ਇੰਚਾਰਜ ਧਰਮਰਾਜ ਨੰਗੇ ਪੈਰੀ ਬਿਨਾਂ ਜੁੱਤੀ ਪਾਏ ਭੱਜਿਆ ਭੱਜਿਆ ਆ ਰਿਹਾ ਹੈ ਰਾਜੇ ਜਨਕ ਦੇ ਚਰਨ ਸਪਰਸ਼ ਕਰਨ ਦੇ ਲਈ। ਆ ਕੇ ਡੰਡਵਤ ਪ੍ਰਣਾਮ ਕੀਤੀ।
ਲੰਬਾ ਧਰਤੀ ਉੱਤੇ ਪੈ ਗਿਆ। ਸਾਰੇ ਅੰਗ ਧਰਤੀ ਨੂੰ ਸਪਰਸ਼ ਕਰ ਰਹੇ ਹਨ। ਫਿਰ ਕੋਡਾ ਹੋ ਕੇ ਬੇਨਤੀ ਕਰਦਾ ਹੈ ਕਿ ਮਿਹਰ ਕਰੋ, ਦੁਨੀਆ ਦੇ ਦਾਨੀਓ, ਕਿਰਪਾ ਕਰੋ। ਤੁਹਾਡੀ ਕਿਰਪਾ ਹੈ, ਇਹ ਸੰਸਾਰ ਤਦ ਹੀ ਚੱਲ ਰਿਹਾ ਹੈ। ਰਾਜਾ ਜਨਕ ਮੋਢੇ ਉੱਤੇ ਹੱਥ ਰੱਖ ਦਿੰਦਾ ਹੈ ਧਰਮਰਾਜ ਦੇ ਕਿ ਆਹ ਰੌਲਾ ਕਾਹਦਾ ਪੈਂਦਾ ਹੈ। ਇਹ ਚੀਕਾਂ ਬਹੁਤ ਪੈਂਦੀਆਂ ਹਨ। ਤੁਹਾਡੇ ਰਾਜ ਦੇ ਵਿੱਚ ਲੋਕ ਬੜੇ ਦੁਖੀ ਹਨ। ਇਹਦਾ ਹੱਲ ਹੋਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਇੱਥੋਂ ਨਹੀਂ ਜਾਵਾਂਗੇ। ਸੱਚੇ ਪਾਤਸ਼ਾਹ ਦਾ ਪਿਆਰਾ ਸੇਵਕ ਗਰੀਬਾਂ ਦੇ ਦੁੱਖਾਂ ਦੇ ਲਈ ਅੜ ਗਿਆ। ਧਰਮਰਾਜ ਮੁਸਕਰਾ ਕੇ ਕਹਿੰਦਾ ਹੈ, ਰਾਜਨ, ਮੈਂ ਇੱਕ ਨੌਕਰ ਹਾਂ। ਮੇਰੀ ਔਕਾਤ ਕੀ ਹੈ? ਤੁਸੀਂ ਵੱਡੇ ਹੋ, ਮਿਹਰਬਾਨ ਹੋ, ਕਿਰਪਾਲੂ ਹੋ, ਦਿਆਲੂ ਹੋ। ਤੁਸੀਂ ਕੁਝ ਵੀ ਕਹੋ ਮੈਂ ਕਰਨ ਨੂੰ ਤਿਆਰ ਹਾਂ, ਪਰ ਮੈਂ ਇਹਨਾਂ ਨੂੰ ਛੱਡ ਨਹੀਂ ਸਕਦਾ। ਮੇਰੀ ਨੌਕਰੀ ਚਲੇ ਜਾਵੇਗੀ। ਮੈਨੂੰ ਅਕਾਲ ਪੁਰਖ ਇਸ ਕੰਮ ਤੋਂ ਹਟਾ ਦੇਣਗੇ। ਰਾਜਾ ਜਨਕ ਫਿਰ ਧਰਮਰਾਜ ਵੱਲ ਦੇਖ ਕੇ ਬੋਲਿਆ ਕਿ ਕੀ ਮੁੱਲ, ਕੀ ਕੀਮਤ ਲੈਣੀ ਹੈ ਤੂੰ ਇਹਨਾਂ ਨੂੰ ਛੱਡਣ ਦੀ? ਸਾਰੇ ਦੇ ਸਾਰੇ ਨਰਕਾਂ ਦੇ ਵਿੱਚ ਜਿਹੜੇ ਸਜ਼ਾ ਭੁਗਤ ਰਹੇ ਹਨ, ਉਹਨਾਂ ਨੂੰ ਹੁਣੇ ਰਿਲੀਜ਼ ਕਰਨ ਦੀ ਵੱਟ ਕਾਸਟ। ਧਰਮਰਾਜ ਨੇ ਆਪਣੀ ਬੁੱਕ ਪੜ੍ਹੀ, ਆਪਣਾ ਕੋਡ ਪੜ੍ਹਿਆ ਤੇ ਮੁੜ ਕੇ ਮੁਸਕਰਾ ਕੇ ਰਾਜਨ ਧਰਮਰਾਜ ਮਹਾਦਾਨੀ ਰਾਜਾ ਜਨਕ ਨੂੰ ਕਹਿਣ ਲੱਗਿਆ ਕਿ ਹਾਂ, ਇਹਨਾਂ ਦੇ ਪਾਪਾਂ ਦੇ ਬਦਲੇ ਕੋਈ ਪੁੰਨ ਦੇ ਦੇਵੇ ਤਾਂ ਇਹਨਾਂ ਦੀ ਸਜ਼ਾ ਮੁਕਤ ਹੋ ਸਕਦੀ ਹੈ। ਕਿੰਨਾ ਕੁ ਨਾਮ ਚਾਹੀਦਾ, ਕਿੰਨੀ ਕੁ ਆਰਾਧਨਾ ਚਾਹੀਦੀ ਹੈ? ਰਾਜਾ ਜਨਕ ਨੇ ਦੁਬਾਰਾ ਪੁੱਛਿਆ। ਇਹ ਤਾਂ ਅਸੀਂ ਤੱਕੜੀ ਉੱਤੇ ਤੋਲ ਲਵਾਂਗੇ। ਤੁਸੀਂ ਪ੍ਰਭੂ ਦਾ ਨਾਮ ਲੈ ਆਓ, ਜੇ ਇਹਨਾਂ ਦੀ ਸਹਾਇਤਾ ਕਰਦੀ ਹੈ। ਰਾਜਾ ਜਨਕ ਮੁਸਕਰਾ ਕੇ ਕਹਿਣ ਲੱਗਿਆ, ਭਲਿਓ ਤੱਕੜੀ ਲੈ ਆਓ, ਬੱਟੇ ਲੈ ਆਓ, ਅਸੀਂ ਤਾਂ ਤਿਆਰ ਹੀ ਹਾਂ ਨਾਮ ਜਪਣ ਦੇ ਲਈ। ਕਹਿੰਦੇ ਨੇ, ਕਹਾਣੀ ਬੋਲਦੀ ਹੈ ਕਿ ਇਸ ਇੱਕ ਪਾਸੇ ਬੱਟੇ, ਦੂਜੇ ਪਾਸੇ ਰਾਜਾ ਜਨਕ ਬੈਠ ਗਿਆ। ਇੱਕ ਪਾਸੇ ਨਰਕ, ਦੁਨੀਆ ਦੇ ਆਲਮ ਦੇ ਸਾਰੇ ਨਰਕ ਭੋਗ ਰਹੇ, ਦੂਜੇ ਪਾਸੇ ਰਾਮ ਦਾ ਨਾਮ ਲੈਣ ਵਾਲਾ ਕੱਲਾ ਜਨਕ। ਜਦੋਂ ਰਾਮ ਕਹਿੰਦਾ ਹੈ, ਧਰਤੀ ਨੱਚ ਉੱਠਦੀ ਹੈ। ਫਿਰ ਰਾਮ ਕਹਿੰਦਾ ਹੈ, 1 ਘੰਟਾ ਰਾਮ ਦਾ ਨਾਮ ਲੈਂਦਾ ਹੈ ਰਾਜਾ ਜਨਕ। ਘੰਟੇ ਬਾਅਦ ਧਰਮਰਾਜ ਭੱਜ ਕੇ ਆਉਂਦਾ ਹੈ, ਦੌੜਿਆ ਦੌੜਿਆ, ਪੂਰਾ ਹੋ ਗਿਆ, ਪੂਰਾ ਹੋ ਗਿਆ। ਪਲੀਜ਼ ਕਿਰਪਾ ਕਰਕੇ ਹੋਰ ਨਾਮ ਨਾ ਜਪੋ, ਨਹੀਂ ਤਾਂ ਸਾਨੂੰ ਸਾਰੇ ਕਾਗਜ਼ ਦੁਬਾਰਾ ਤਿਆਰ ਕਰਨੇ ਪੈਣਗੇ। ਤੁਹਾਡਾ ਸਰਪਲਸ ਹੋ ਗਿਆ, ਨਾਮ ਵੱਧ ਗਿਆ। ਤੁਸੀਂ ਲੈ ਜਾਓ, ਇਹਨਾਂ ਸਾਰੇ ਨਰਕ ਦੇ ਲੋਕਾਂ ਨੂੰ ਰਿਹਾ ਕਰ ਦਿੰਦੇ ਹਾਂ। ਬਾ ਇੱਜ਼ਤ, ਇਹਨਾਂ ਸਾਰਿਆਂ ਦੀ ਸਜ਼ਾ ਮਾਫ। ਖੈਰ, ਰਾਜਾ ਜਨਕ ਨੇ ਉਹਨਾਂ ਸਾਰਿਆਂ ਨੂੰ ਛਡਾਇਆ। ਫਿਰ ਪ੍ਰੀਤਮ ਪਿਆਰੇ ਪ੍ਰਭੂ ਨੂੰ ਮਿਲੇ। ਇਹ ਇੱਕ ਜਨ ਦੀ ਕਹਾਣੀ ਹੈ। ਰਾਜਾ ਜਨਕ ਜਿਹਨੇ ਸਾਰਾ ਸੰਸਾਰ ਤਾਰ ਦਿੱਤਾ,
ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਜਿਸ ਪ੍ਰਸ਼ਾਦ ਧੰਨ 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 ਜਨ ਆਇਆ। ਬਹੁਤ ਮੁਬਾਰਕ 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 ਕਿ ਪ੍ਰਭੂ ਦਾ ਪਿਆਰਾ ਆ ਗਿਆ ਹੈ। ਜਿਸ ਪ੍ਰਸ਼ਾਦ ਸਭ ਜਗਤ ਤਰਾਇਆ। ਉਹਦੀ ਕਿਰਪਾ ਦੇ ਨਾਲ, ਉਹਦੀ ਮਿਹਰ ਦੇ ਨਾਲ ਸਾਰੀ ਸ੍ਰਿਸ਼ਟੀ ਤਰ ਗਈ। ਉਹਦੀ ਕਿਰਪਾ ਦੇ ਨਾਲ ਹੀ ਪਾਪੀਆਂ ਦਾ ਭਲਾ ਹੋ ਗਿਆ। ਜਨ ਆਵਣ ਕਾ ਇਹਾ ਸੁਆਓ। ਜਦੋਂ ਵੀ ਕੋਈ ਪ੍ਰਭੂ ਦਾ ਪਿਆਰਾ ਆਉਂਦਾ ਹੈ, ਪ੍ਰਭੂ ਦੇ ਆਰਾਧਨਾ ਕਰਦਾ ਹੈ, ਸੰਗਤ ਕਰਦੇ ਹਨ ਲੋਕ, ਉਹਦੇ ਨਾਲ ਗੱਲਾਂ ਕਰਦੇ ਹਨ, ਤਾਂ ਇਹ ਪ੍ਰਯੋਜਨ ਬਹੁਤ ਵੱਡਾ ਹੈ। ਇਹੀ ਤਰੀਕਾ ਹੈ, ਇਹੀ ਪ੍ਰਯੋਜਨ ਹੈ। ਜਦੋਂ ਪ੍ਰਭੂ ਦਾ ਪਿਆਰਾ ਆਉਂਦਾ ਹੈ, ਸਾਹਿਬ ਦੇ ਗੋਲੇ ਦੇ ਸਵਾਗਤ ਦੇ ਲਈ, ਉਹਨੂੰ ਜੀ ਆਇਆ ਕਹਿਣ ਦੇ ਲਈ, ਇਹ ਇੱਕ ਧੰਨਵਾਦ ਸਮਾਗਮ ਰਚਾਇਆ ਜਾਂਦਾ ਹੈ। ਜਨ ਆਵਣ ਕਾ ਇਹੋ ਸੁਆਓ। ਇਹੀ ਤਰੀਕਾ ਹੈ ਜਦੋਂ ਗੁਰੂ ਦਾ ਸੇਵਕ ਆਉਂਦਾ ਹੈ। ਜਨ ਕੇ ਸੰਗ ਚਿਤ ਆਵੇ ਨੌ। ਜਦੋਂ ਉਹਦਾ ਸਾਥ ਮਿਲ ਜਾਂਦਾ ਹੈ ਤਾਂ ਪ੍ਰਭੂ ਦਾ ਨਾਮ ਵੀ ਆਉਣ ਲੱਗ ਜਾਂਦਾ ਹੈ, ਕਿਉਂਕਿ ਉਹ ਆਪਣੀ ਕਿਰਪਾ ਦੇ ਨਾਲ ਖਾਲੀ ਨੂੰ ਭਰ ਦਿੰਦਾ ਹੈ। ਦੌੜਦੇ ਵਾਲੇ ਨੂੰ ਪਕੜ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੰਦਾ ਹੈ। ਫਿਰ ਸੰਸਾਰੀ ਉਹ ਤੋਂ ਡਰਦੇ ਹਨ। ਭਗਤਾਂ ਤੋਂ ਕਾਹਦਾ ਡਰ? ਭਗਤ ਤਾਂ ਉਹਦੇ ਸੇਵਕ ਹਨ, ਜਿਨ੍ਹਾਂ ਦੇ ਨਾਲ ਮਿਲ ਕੇ ਉਹਦਾ ਚਿੱਤ ਯਾਦ ਆਉਂਦਾ ਹੈ। ਉਹਦੀ ਆਰਾਧਨਾ ਇਨਸਾਨ ਮੁੜ ਕੇ ਕਰਦਾ ਹੈ। ਜਨ ਕੇ ਸੰਗ ਚਿਤ ਆਵੇ ਨੌ। ਆਪ ਮੁਕਤ ਮੁਕਤ ਕਰੇ ਸੰਸਾਰ। ਉਹ ਆਪ ਤਾਂ ਬੰਦ ਖਲਾਸੀ ਹੋ ਬੈਠਾ ਹੈ। ਉਹ ਆਪ ਤਾਂ ਸਵਰਗ ਪ੍ਰਾਪਤ ਕਰ ਲਏ ਹਨ, ਪਰ ਉਹ ਸਾਰੇ ਸੰਸਾਰ ਨੂੰ ਬੰਦ ਖਲਾਸ ਕਰਵਾ ਸਕਦਾ ਹੈ। ਜਨ ਕੇ ਸੰਗ ਚਿਤ ਆਵੇ ਨੌ। ਜਦੋਂ ਕੋਈ ਵੀ ਸੰਗਤ ਉਸ ਦਾਸ ਦੀ, ਉਸ ਗੁਰੂ ਦੇ ਪਿਆਰੇ ਦੀ ਕਰਦਾ ਹੈ, ਤਾਂ ਪਹਿਲਾ ਇਮੀਡੀਏਟ ਇਫੈਕਟ ਹੈ ਜਿਹੜਾ, ਉਸੇ ਵੇਲੇ ਅਸਰ ਹੁੰਦਾ ਹੈ ਕਿ ਉਹਦਾ ਨਾਮ ਪਿਆਰਾ ਲੱਗਣ ਲੱਗ ਜਾਂਦਾ ਹੈ। ਉਹ ਆਪ ਤਾਂ ਮੁਕਤ ਹੈ ਹੀ, ਆਪ ਤਾਂ ਉਹਨੇ ਪਾ ਹੀ ਲਿਆ ਹੈ ਅਕਾਲ ਪੁਰਖ ਨੂੰ, ਪਰ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਨੇ ਆਪ ਦੀ ਜ਼ਿੰਮੇਵਾਰੀ ਸਾਰੇ ਜੀਵਾਂ ਨੂੰ ਤਾਰਨ ਦੀ ਵੀ ਲੈ ਲਈ ਹੈ। ਉਹ ਬੇਨਤੀ ਕਰਦਾ ਹੈ, ਫਰਿਆਦ ਕਰਦਾ ਹੈ ਕਿ ਕੋਈ ਵੀ ਇਸ ਧਰਤੀ ਉੱਤੇ ਦੁਖੀ ਨਾ ਹੋਵੇ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੇ ਨਾਨਕ, ਉਹ ਪਿਆਰੇ ਲੋਕ ਜਿਹੜੇ ਪ੍ਰਭੂ ਨੂੰ ਪਾਉਂਦੇ ਹਨ, ਮੈਂ ਉਹਨਾਂ ਨੂੰ ਪ੍ਰਣਾਮ ਕਰਦਾ ਹਾਂ। ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣਦਾ ਹਾਂ। ਮੇਰਾ ਆਪਣਾ ਆਪ ਸਮਰਪਣ ਹੈ। ਉਹਨਾਂ ਪਿਆਰਿਆਂ ਨੂੰ, ਉਹਨਾਂ ਦੁਲਾਰਿਆਂ ਨੂੰ, ਜਿਨ੍ਹਾਂ ਨੇ ਉਹਨੂੰ ਪਾ ਲਿਆ, ਉਹਨਾਂ ਨੇ ਮਿਹਰ ਕੀਤੀ ਲੋਕਾਂ ਉੱਤੇ, ਆਮ ਲੋਕਾਂ ਨੂੰ ਬਚਾ ਲਿਆ। ਮੇਰੀ ਦਾਸਰੇ ਦੀ ਗੁਰੂ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੇ ਨਾਨਕ, ਮੇਰੇ ਵੱਲੋਂ ਸਦਾ ਸਦਾ ਦੰਡਵਤ ਪ੍ਰਣਾਮ ਉਹਨਾਂ ਦੇ ਅੱਗੇ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ, ਜੋ ਜਾਣੇ ਤਿਸ ਸਦਾ ਸੁਖ ਹੋਏ।
He who knows him obtains eternal peace. आप मिलाए लय प्रभ सोए. The Lord blend him with himself. ਗੁਰੂ ਪਿਆਰਿਓ, ਜਿਹੜਾ ਸਤਿਕਾਰ ਸੱਚੇ ਪਾਤਸ਼ਾਹ ਨੇ ਪ੍ਰਭੂ ਦੇ ਪਿਆਰੇ ਨੂੰ ਦਿੱਤਾ ਹੈ, ਬਹੁਤ ਬਹੁਤ ਮਿਹਰ ਅਪਾਰ ਕੀਤੀ ਹੈ। ਪ੍ਰਭੂ ਨੂੰ ਧਿਆਉਣ ਵਾਲਾ ਉਹਦਾ ਰੂਪ ਬਣ ਜਾਂਦਾ ਹੈ। ਆਪ ਤਾਂ ਮੁਕਤ ਹੁੰਦਾ ਹੀ ਹੈ, ਦੂਸਰਿਆਂ ਨੂੰ ਵੀ ਤਾਰਦਾ ਹੈ। ਉਹਦੇ ਅੰਦਰ ਭਗਵਾਨ ਉਹਨੂੰ ਨਜ਼ਰ ਆਉਂਦਾ ਹੈ ਅਤੇ ਉਹ ਆਪਣੇ ਆਪ ਨੂੰ ਪਿੱਛੇ ਹਟਾ ਲੈਂਦਾ ਹੈ, ਆਪ ਦੀ ਮੈਂ ਨੂੰ ਮਾਰ ਲੈਂਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਧੰਨ 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 ਜਨ ਆਇਆ। Blessed, blessed, blessed is the God's lover came, ਜਿਸ ਪ੍ਰਸਾਦ ਸਭ ਜਗਤ ਤਰਾਇਆ, by whose grace the entire world is saved. Very lucky, very blissfully, God gave him the light to understand the darkness of Maya. Because of his grace, he got able to save others. जन आवन का यह सुआओ. The object of the advent of Lord's serf is this, that in the company of Lord's serf, the name is remembered. He got such a wonderful light that he can enlighten the blind. People can see in the dark. His surroundings are enlightened. आप मुक्त मुक्त करे संसार. He himself, God's servant, he himself is enlightened. And the whole world, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਰੋੜਾਂ ਦੀ ਗਿਣਤੀ ਦੇ ਵਿੱਚ ਮੁੱਖ ਉਜਲਿਆਂ ਵਾਲੇ ਉਹਨਾਂ ਨੂੰ ਤਾਰ ਦਿੰਦੇ ਹਨ, ਉਹਨਾਂ 'ਤੇ ਮਿਹਰ ਹੋ ਜਾਂਦੀ ਹੈ। ਆਪ ਮੁਕਤ, he saved himself and he also enlightened the whole world. ਨਾਨਕ ਤਿਸ ਜਨ ਕੋ ਸਦਾ ਨਮਸਕਾਰ. All the bowings, all the respects are given to that humble servant of the Lord. Again and again, I may sacrifice myself for him. ਸੱਚੇ ਪਾਤਸ਼ਾਹ ਬਹੁਤ ਹੀ ਰਿਸਪੈਕਟ ਦੇ ਨਾਲ ਉਸ ਜਨ, ਉਸ ਦਾਸ, ਉਸ ਸੇਵਕ ਦਾ ਸਤਿਕਾਰ ਕਰਦੇ ਹਨ, ਜਿਹਨੇ ਆਪਣੀ ਮਸ਼ੱਕਤ ਦੇ ਨਾਲ ਉਹਨੂੰ ਧਿਆਇਆ, ਪਰ ਗੁਰਪ੍ਰਸਾਦ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਪਾਇਆ, ਪਾ ਕੇ ਉਹਨੂੰ ਉਹਦਾ ਹੀ ਬਣ ਗਿਆ। ਜਿਹੜਾ ਕਰਤੱਵਿਆ ਪ੍ਰਭੂ ਨੇ ਬਖਸ਼ਿਆ ਉਹ ਉਹਨੇ ਨਿਭਾਇਆ। ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਉਹਨਾਂ ਪ੍ਰਾਣੀਆਂ ਦੀ, ਉਹਨਾਂ ਇਨਸਾਨਾਂ ਦੀ ਮਹਿਮਾ ਸਿਫਤ ਸਲਾਹ ਕੀਤੀ ਹੈ, ਜਿਨ੍ਹਾਂ ਨੇ ਉਹਨੂੰ ਪਾ ਲਿਆ, ਜਿਨ੍ਹਾਂ ਨੇ ਸਵਾਸ ਸਵਾਸ ਆਪਣਾ ਸਫਲਾ ਕਰ ਲਿਆ। ਗ੍ਰਾਸ ਗ੍ਰਾਸ, ਸਵਾਸ ਸਵਾਸ, ਪਲ ਪਲ, ਛਿਨ ਛਿਨ ਉਹਨੂੰ ਯਾਦ ਕੀਤਾ। ਉਹਨੇ ਬਦਲੇ ਦੇ ਵਿੱਚ ਉਹਨਾਂ ਨੂੰ ਅਪਣਾ ਲਿਆ ਅਤੇ ਆਪਣੀ ਮਿਹਰ ਦੀ ਨਜ਼ਰ ਨਾਲ ਉਹਨਾਂ ਨੂੰ ਤਾਰ ਦਿੱਤਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਜਿਹੜਾ ਜਾਣਦਾ ਹੈ ਕਿ ਪ੍ਰਭੂ ਹੈ, ਪ੍ਰਭੂ ਐਗਜ਼ਿਸਟ ਕਰਦਾ ਹੈ,
ਸਾਰੇ ਕੁਝ ਨੂੰ ਚਲਾਉਂਦਾ ਹੈ, ਉਹਨੂੰ ਖੁਸ਼ੀ ਅਵੱਸ਼ ਮਿਲੇਗੀ ਹੀ, ਉਹ ਖੁਸ਼ ਹੀ ਰਹੇਗਾ। ਪ੍ਰਭੂ ਉਹਨੂੰ ਆਪ ਦੇ ਨਾਲ ਮਿਲਾ ਲੈਂਦਾ ਹੈ, ਆਪ ਦੀ ਪਰਸਨੈਲਿਟੀ ਉਹਨੂੰ ਬਖਸ਼ ਦਿੰਦਾ ਹੈ। ਉਹ ਅਮੀਰ ਦੁਨੀਆ ਦੇ ਅਮੀਰਾਂ ਵਰਗਾ ਅਮੀਰ ਨਹੀਂ, ਧਨ ਦੌਲਤ ਦਾ ਅਮੀਰ ਨਹੀਂ, ਸਦੀਵੀ ਖੁਸ਼ੀ, ਸਦੀਵੀ ਖੁਸ਼ੀ ਉਹਨੂੰ ਧੰਨਵੰਤ ਕਰ ਦਿੰਦੀ ਹੈ। ਫਿਰ ਉਹ ਗੁਰੂ ਦੇ ਪਿਆਰੇ ਸੱਚੇ ਪਾਤਸ਼ਾਹ ਦੇ ਤਾਰੇ ਹੋਏ ਜਿਹੜੇ ਪਰਿਵਾਰ, ਜਿਹੜਾ ਗੁਰੂ ਦਾ ਰਿਸ਼ਤਾ ਹੈ। ਆਪਾਂ ਖਾਨਦਾਨ ਨੂੰ ਦੁਨੀਆ ਦੇ ਵਿੱਚ ਬਣਾਉਂਦੇ ਹਾਂ ਕਿ ਫਲਾਣਾ ਖਾਨਦਾਨ ਹੈ, ਫਲਾਣੀ ਕੁੱਲ ਹੈ, ਫਲਾਣਾ ਗੋਤ ਹੈ। ਇਹ ਦੁਨੀਆ ਦੀਆਂ ਗੱਲਾਂ ਹਨ। ਜਦੋਂ ਤੁਸੀਂ ਪ੍ਰਭੂ ਦੇ ਪਿਆਰ ਦੇ ਵਿੱਚ ਪੈ ਜਾਂਦੇ ਹੋ ਤਾਂ ਤੁਹਾਡੀ ਕੁੱਲ ਵੀ ਪ੍ਰਭੂ ਵਾਲੀ ਬਣ ਜਾਂਦੀ ਹੈ। ਸੱਚੇ ਪਾਤਸ਼ਾਹ ਉਹਦੀ ਗੱਲ ਕਰ ਰਹੇ ਹਨ ਕਿ ਦੁਨੀਆ ਦੇ ਧਨਵਾਨਾਂ ਨਾਲੋਂ ਧਨਵਾਨ, ਦੁਨੀਆ ਦੇ ਕੁਲਵੰਤਾਂ ਨਾਲੋਂ ਕੁਲਵੰਤ, ਦੁਨੀਆ ਦੇ ਪਦਵੰਤਿਆਂ ਨਾਲੋਂ ਪਦਵੰਤ ਉਹਦਾ ਜੀਵਨ ਬਣ ਜਾਂਦਾ ਹੈ। ਅੰਮ੍ਰਿਤ ਰੂਪੀ ਜੀਵਨ ਪ੍ਰਭੂ ਉਹਨੂੰ ਦੇ ਦਿੰਦਾ ਹੈ ਅਤੇ ਉਹਦੇ ਹਿਰਦੇ ਦੇ ਵਿੱਚ ਬੈਠ ਕੇ ਉਹਨੂੰ ਭਾਗਾਂ ਵਾਲਾ ਬਣਾ ਦਿੰਦਾ ਹੈ, ਉਹਨੂੰ ਤਾਰ ਦਿੰਦਾ ਹੈ, ਉਹਨੂੰ ਮੋਕਸ਼ ਜਿਉਂਦੇ ਜੀ ਹੀ ਮਿਲ ਜਾਂਦਾ ਹੈ। ਉਸ ਪ੍ਰਾਣੀ ਦਾ ਹਰ ਕੋਈ ਚਾਹੁੰਦਾ ਹੈ ਕਿ ਸਵਾਗਤ ਕੀਤਾ ਜਾਵੇ, ਉਹਨੂੰ ਮੁਬਾਰਕਬਾਦ ਦਿੱਤੀ ਜਾਵੇ ਕਿ ਤੂੰ ਦੁਨੀਆ ਦੇ ਵਿੱਚ ਆਇਆ, ਸੰਸਾਰ ਨੂੰ ਤਾਰਿਆ। ਹਰ ਕੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿਰ ਝੁਕਾਉਂਦਾ ਹੈ ਜਦੋਂ ਪੁਰਬ ਆਉਂਦਾ ਹੈ, ਸੱਚੇ ਪਾਤਸ਼ਾਹ ਦਾ ਜਨਮ ਦਿਨ ਆਉਂਦਾ ਹੈ। ਇਸੇ ਤਰ੍ਹਾਂ ਵੱਖਰੇ ਵੱਖਰੇ ਧਰਮਾਂ ਦੇ ਲੋਕ ਆਪਣੇ ਰਹਿਬਰਾਂ ਦਾ ਸਤਿਕਾਰ ਕਰਦੇ ਹਨ ਕਿ ਧੰਨ ਧੰਨ ਪ੍ਰਭੂ ਦਾ ਪਿਆਰਾ, ਪ੍ਰਭੂ ਦਾ ਰੂਪ ਇਸ ਧਰਤੀ 'ਤੇ ਆਇਆ, ਇਸ ਦਿਨ ਸੰਸਾਰ ਨੂੰ ਤਾਰ ਦਿੱਤਾ। ਉਹਦੀ ਕਿਰਪਾ ਦੇ ਨਾਲ ਸੰਸਾਰ ਤਰ ਗਿਆ। ਸਾਰਾ ਸੰਸਾਰ ਹਨੇਰੇ 'ਚੋਂ ਨਿਕਲ ਕੇ ਚਾਨਣ ਦੇ ਵਿੱਚ ਆ ਗਿਆ। ਇਹ ਪਿਆਰਿਆਂ ਦਾ ਆਉਣ ਦਾ ਮਨੋਰਥ ਹੁੰਦਾ ਹੈ ਕਿ ਦੁਨੀਆ ਨੂੰ ਪ੍ਰਭੂ ਦਾ ਸੁਨੇਹਾ ਦੇਣਾ ਹੈ, ਦੁਨੀਆ ਦਾ ਭਲਾ ਕਰਨਾ ਹੈ। ਜਦੋਂ ਕੋਈ ਵੀ ਉਹਦੀ ਸੰਗਤ ਦੇ ਵਿੱਚ ਉਹਦੇ ਕੋਲ ਜਾਂਦਾ ਹੈ, ਉਹਦੀ ਸੰਗਤ ਮਾਣਦਾ ਹੈ ਤਾਂ ਭੁੱਲ ਜਾਂਦਾ ਹੈ ਜਿਹੜਾ ਦੁਨੀਆ ਦਾ ਖਲਾਅ ਹੈ, ਦੁਨੀਆ ਦੀ ਤ੍ਰਿਸ਼ਨਾ ਹੈ, ਦੁਨੀਆ ਦਾ ਭੱਜੋ ਭੱਜੋ ਮਾਹੌਲ ਹੈ, ਉਹਨੂੰ ਭੁੱਲ ਜਾਂਦਾ ਹੈ। ਮਿਲਦੇ ਸਾਰ ਹੀ ਜਿਵੇਂ ਕੌਡਾ ਰਾਖਸ਼ ਬੰਦਿਆਂ ਨੂੰ ਮਾਰਨਾ, ਫਿਰ ਬੰਦਿਆਂ ਨੂੰ ਕੱਚਿਆਂ ਖਾ ਜਾਣਾ, ਭੁੰਨ ਲੈਣਾ, ਤੇਲ 'ਚ ਪਾ ਦੇਣਾ। ਪਰ ਜਦੋਂ ਗੁਰੂ ਨਾਨਕ ਸਾਹਿਬ ਦੀਆਂ ਅੱਖਾਂ ਦੇ ਨਾਲ ਅੱਖਾਂ ਮਿਲਾਈਆਂ, ਪਹਿਚਾਣ ਆ ਗਈ ਕਿ ਆਹੀ ਦਿਨ ਦੀ ਮੈਨੂੰ ਉਡੀਕ ਸੀ, ਜਿਹਨੇ ਮੈਨੂੰ ਤਾਰਨਾ ਉਹ ਆ ਗਿਆ। ਪਰੇ ਜਾਵੇ ਤੇਲ ਦਾ ਕੜਾਹਾ, ਪਰੇ ਜਾਵੇ ਮੁਰਦਾ। ਕੌਡਾ ਕਹਿੰਦਾ ਮੈਂ ਨਹੀਂ ਹੁਣ ਖਾਣਾ, ਹੁਣ ਮੈਨੂੰ ਬਚਾਉਣ ਵਾਲਾ ਆ ਗਿਆ, ਨਾਨਕ ਆ ਗਿਆ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਆ, ਜਦੋਂ ਉਹਨਾਂ ਦੀ ਸੰਗਤ ਮਿਲ ਜਾਂਦੀ ਹੈ ਗੁਰੂ ਦੇ ਪਿਆਰਿਆਂ ਦੀ, ਫਿਰ ਉਹਦਾ ਚਿੱਤ ਉਹਦੇ ਵੱਲ ਮਨ ਲੱਗਣ ਲੱਗ ਜਾਂਦਾ ਹੈ। ਆਪ ਤਾਂ ਉਹ ਤਰਿਆ ਹੀ ਹੋਇਆ ਹੈ, ਆਪ ਤਾਂ ਉਹ ਮੁਕਤ ਹੈ, ਪਰ ਉਹਦੀ ਕਪੈਸਿਟੀ ਪਰਮਾਤਮਾ ਦੀ ਮਿਹਰ ਦੇ ਨਾਲ ਸਾਰੇ ਸੰਸਾਰ ਨੂੰ ਤਾਰਨ ਦੀ ਬਣ ਜਾਂਦੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਨਾਨਕ ਉਹਨਾਂ ਲੋਕਾਂ ਨੂੰ ਮੇਰਾ ਸਿਜਦਾ ਹੈ, ਮੇਰੀ ਦੰਡਵਤ ਪ੍ਰਣਾਮ ਹੈ, ਜਿਨ੍ਹਾਂ ਨੇ ਉਹਨੂੰ ਧਿਆਇਆ ਹੈ, ਜਿਹੜੇ ਉਹਦੇ ਸੇਵਕ ਬਣੇ ਹਨ, ਜਿਨ੍ਹਾਂ ਨੇ ਉਹਨੂੰ ਆਰਾਧ ਕੇ ਪਾਇਆ ਹੈ, ਜਿਨ੍ਹਾਂ ਦੇ ਉੱਤੇ ਉਹ ਦਿਆਲੂ ਹੋਇਆ ਹੈ, ਕਿਰਪਾਲੂ ਹੋਇਆ ਹੈ, ਜਿਨ੍ਹਾਂ ਨੂੰ ਉਹਨੇ ਆਪਣਾ ਬਣਾ ਲਿਆ ਹੈ। ਮੈਂ ਉਹਨਾਂ ਉੱਤੇ ਕੁਰਬਾਨ ਚਲੇ ਜਾਵਾਂ, ਮੈਂ ਆਪਣਾ ਆਪ ਉਹਨਾਂ 'ਤੇ ਵਾਰ ਦੇਵਾਂ, ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ।
ਉਹੀ ਇਸ ਸੰਸਾਰ ਦਾ ਭਲਾ ਕਰਨ ਵਾਲੇ ਹਨ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਅਪਾਰ ਕਿਰਪਾ ਕੀਤੀ ਹੈ। ਅੱਜ ਆਪਾਂ 23ਵੀਂ ਅਸ਼ਟਪਦੀ ਦਾ 8ਵਾਂ ਪਦ ਵਿਚਾਰਿਆ ਹੈ। ਸੱਚੇ ਪਾਤਸ਼ਾਹ ਮਿਹਰ ਕਰਨ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।